साध संगत जग के बुलाओ। वाहिगुरू जी का खालसा, वाहिगुरू जी की फतेह। जिन्ना ਵੱਡਾ ਖਜ਼ਾਨਾ ਆਨੰਦ ਸਾਹਿਬ ਦੇ ਵਿੱਚ ਚੇਤੇ ਆ ਗਈ ਗੱਲ। ਇੱਕ ਵਾਰ ਅਸੀਂ ਕਿਸੇ ਬਹੁਤ ਵੱਡੇ ਮਹਾਂਪੁਰਖ ਨੂੰ ਪੁੱਛਿਆ ਕਿ ਤੁਹਾਡੇ ਤਾਂ ਮਹਾਰਾਜ ਨਾਲ ਬਚਨ ਹੁੰਦੇ ਰਹਿੰਦੇ, ਮੈਨੂੰ ਇਹ ਦੱਸੋ ਆਨੰਦਪੁਰ ਸਾਹਿਬ ਨਾਮ ਕਿਵੇਂ ਰੱਖਿਆ? ਉਹਦੇ ਪਿੱਛੇ ਕੀ ਕਾਰਨ ਹੈ? ਵੀ ਉੱਥੇ ਠੰਡੀ ਹਵਾ ਆਉਂਦੀ ਤਾਂ ਆਨੰਦਪੁਰ ਸਾਹਿਬ ਹੈ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਆਨੰਦ ਸਾਹਿਬ ਦੇ ਨਾਮ ਤੇ ਆਨੰਦਪੁਰ ਰੱਖਿਆ, ਆਨੰਦ ਸਾਹਿਬ ਬਾਣੀ ਦੇ ਨਾਮ ਤੇ ਰੱਖਿਆ। ਇਸ ਕਰਕੇ ਕਹਿੰਦੇ ਉਹ ਆਨੰਦ ਦੀ ਪੂਰੀ ਹੈ। ਆਨੰਦ ਸਾਹਿਬ ਦੇ ਵਿੱਚ ਬਹੁਤ ਬਖਸ਼ਿਸ਼ ਹੈ। ਥੋੜਾ ਜਿਹਾ ਇਹਨੂੰ ਧਿਆਨ ਦੇ ਨਾਲ ਪੜੋ, ਪਿਆਰ ਨਾਲ ਪੜੋ। ਪੂਰਾ ਆਨੰਦ ਸਾਹਿਬ, ਕੋਈ ਵੀ ਕੰਮ ਜੇ ਪਾਠ ਆਰੰਭ ਕਰਨੇ ਹੁਣ ਜਿਹੜੇ ਤੁਹਾਨੂੰ ਕਹੇ ਨੇ, ਮੂਲ ਮੰਤਰ, ਗੁਰਮੰਤਰ, ਵਾਹਿਗੁਰੂ ਮੰਤਰ, ਸਾਰੇ ਸੁਖਮਨੀ ਸਾਹਿਬ, ਜਪਜੀ ਸਾਹਿਬ, ਦੇਗ ਬਣਾ ਕੇ ਕੇਸੀ ਇਸ਼ਨਾਨ ਕਰਕੇ ਫਿਰ ਅਰਦਾਸ ਕਰਕੇ ਜਪਜੀ ਸਾਹਿਬ, ਆਨੰਦ ਸਾਹਿਬ ਪੂਰਾ ਪੜ੍ਹ ਲਿਆ ਕਰੋ। ਭੇਟਾ ਰੱਖ ਕੇ, ਰਮਾਲਾ ਚੜਾ ਕੇ ਆਰੰਭ ਕਰੋ। ਫਿਰ 20ਵੇਂ ਦਿਨ ਦੇਗ ਬਣਾ ਲਿਆ ਕਰੋ। ਜੇ 40 ਦਿਨ ਦਾ ਪਾਠ ਕਰਨਾ ਹੈ, ਇੱਕ ਅੱਧੀ ਵਾਰ ਦੇਗ ਵਿੱਚ ਜ਼ਰੂਰ ਬਣਾ ਕੇ ਬੇਨਤੀ ਕਰੋ। ਫਿਰ ਜਾ ਕੇ ਭੋਗ ਪਾਉਣਾ। ਦੇਗ ਬਣਾ ਕੇ ਜਪਜੀ ਸਾਹਿਬ, ਆਨੰਦ ਸਾਹਿਬ ਦਾ ਪਾਠ ਕਰਨਾ, 40 ਪੌੜੀਆਂ ਪੂਰੀਆਂ। ਜੇ ਕੋਈ ਕੰਮ ਜ਼ਿਆਦਾ ਅੜ ਜੇ ਤਾਂ 3 ਆਨੰਦ ਸਾਹਿਬ ਕਰਨੇ। ਫਿਰ ਕਦੇ ਕੰਮ ਅੜ ਵੀ ਜਾਂਦੇ ਨੇ ਆਪਣੇ। ਇਹ ਜਪਜੀ ਸਾਹਿਬ ਤੇ 3 ਆਨੰਦ ਸਾਹਿਬ। ਇਹ ਸੂਰਜ ਪ੍ਰਕਾਸ਼ ਦੀ ਕਥਾ 'ਚ 10ਵੇਂ ਪਾਤਸ਼ਾਹ ਨੇ ਕਿਹਾ ਹੋਇਆ ਬਚਨ ਹੈ। ਕਈ ਬਾਹਲਾ ਕੰਮ ਅੜ ਜੇ, ਜਦੋਂ 10ਵੇਂ ਪਾਤਸ਼ਾਹ ਸੱਚਖੰਡ ਜਾਣ ਤੋਂ 4 ਦਿਨ ਪਹਿਲਾਂ ਮਹਾਰਾਜ ਨੇ ਕਹਿਤਾ ਅਸੀਂ ਫਲਾਣੇ ਤਰੀਕ ਨੂੰ ਜਾਣਾ। ਪੰਚਮੀ ਨੂੰ ਗਏ ਨੇ ਮਹਾਰਾਜ, ਟਿੱਕਾ ਪਈਆ ਦੂਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਉਦੋਂ ਸਿੰਘਾਂ ਨੇ ਬਹੁਤ ਚੀਜ਼ਾਂ ਪੁੱਛੀਆਂ ਸੀ। ਮਹਾਰਾਜ ਜੇ ਆਹ ਕਰਨਾ ਹੋਵੇ ਫੇਰ, ਮਹਾਰਾਜ ਜੇ ਐ ਹੋਵੇ ਤਾਂ ਫੇਰ ਮਹਾਰਾਜ ਆਹ ਸ਼ਬਦ ਪੜ੍ਹ ਲਿਆ ਕਰੋ। ਮਹਾਰਾਜ ਫਿਰ ਆਹ, ਫਿਰ ਆਹ, ਫਿਰ 4 ਦਿਨ 4 ਰਾਤਾਂ ਪੁੱਛਦੇ ਹੀ ਰਹੇ, ਲਿਖਦੇ ਰਹੇ। ਮਹਾਰਾਜ ਜੀ ਕੰਮ ਮੂਲੋਂ ਹੀ ਨਾ ਹੋਵੇ, ਉੱਥੇ ਗੁਰਾਂ ਨੇ ਕਿਹਾ ਸੀ ਫਿਰ ਸੰਪਟ ਲਾ ਕੇ ਪਾਠ ਕਰ ਲਿਆ ਕਰੋ। ਉੱਥੇ ਇਹ ਸੰਪਟ ਪਾਠ ਉੱਥੇ ਆਰੰਭ ਕਰਵਾਏ ਸੀ। ਇਹ ਆਪਣੇ ਗੁਰਬਾਣੀ ਪਾਠ ਦਰਪਣ ਵਿੱਚ ਵੀ ਮਹਾਂਪੁਰਖਾਂ ਲਿਖਿਆ। 10ਵੇਂ ਦਾ ਵੀ ਸੰਪਟ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਸੰਪਟ ਅਖੰਡ ਵੀ ਹੁੰਦਾ, ਸਹਿਜ ਸੰਪਟ ਵੀ ਹੁੰਦਾ। ਉਹ ਮਹਾਰਾਜ ਨੇ ਕਿਹਾ ਜੇ ਕੋਈ ਪੰਥਕ ਕਾਰਜ ਅੜ ਜੇ ਬਹੁਤ ਵੱਡਾ, ਜਾਂ ਕੋਈ ਕੰਮ ਹੁੰਦਾ ਹੀ ਨਾ ਹੋਵੇ, ਐਸੀਆਂ ਚੀਜ਼ਾਂ ਮਹਾਰਾਜ ਸਾਰੀਆਂ ਖਾਲਸੇ ਨੂੰ ਦੇ ਕੇ ਗਏ ਨੇ। ਮੁਕਤ ਮਾਰਗ ਗ੍ਰੰਥ ਉਹ ਛਪਾਇਆ ਵੀ, ਬੜਿਆਂ ਨੇ ਰੌਲਾ ਪਾਇਆ ਗਲਤ ਆਇਆ ਐ ਫਲਾਨਾ ਢਿਮਕਾ, ਪਰ ਉਹ ਗ੍ਰੰਥ ਬਿਲਕੁਲ ਸਹੀ ਹੈ। ਉਹਦੇ ਵਿੱਚ ਬਹੁਤ ਕੁਝ ਮਹਾਰਾਜ ਨੇ ਲਿਖਿਆ। ਹਾਂ ਇਹ ਜ਼ਰੂਰ ਹੈ ਕਿ ਕਈ ਬੰਦੇ ਕਹਿੰਦੇ ਤੁਸੀਂ ਸ਼ਬਦ ਦਿੰਦੇ ਹੋ ਇੱਕ ਬੰਦੇ ਨੂੰ ਹੋਰ ਨੂੰ, ਕਹਿੰਦੇ ਇਟਲੀ ਦੀ ਗੱਲ ਹੈ, ਉਹ ਬੜਾ ਗੁਰਮੁਖ ਸੀ। ਉਹ ਕਹਿੰਦਾ ਅੱਛਾ ਚਲੋ ਸ਼ਬਦ ਨਹੀਂ ਠੀਕ ਆ, ਕਹਿੰਦਾ ਆਪਾਂ ਨੂੰ ਕੀ ਕਰਨਾ ਚਾਹੀਦਾ? ਕਹਿੰਦਾ ਗੁਰੂ ਗ੍ਰੰਥ ਸਾਹਿਬ ਲੜ ਲੱਗਣਾ ਚਾਹੀਦਾ। ਅੱਛਾ ਜੀ ਤੁਸੀਂ ਵੀ ਦੱਸੋ ਲੜ ਲੱਗਣ ਦੀ ਵਿਆਖਿਆ ਕੀ? ਕਹਿੰਦਾ ਪਾਠ ਕਰੋ ਬੈਠ ਕੇ, ਉੱਥੇ ਤਾਬਿਆ ਲੜ ਲੱਗੋ। ਕਹਿੰਦੇ ਉੱਥੇ ਕੀ ਪੜ੍ਹਦੇ ਆ? ਕਹਿੰਦਾ ਸ਼ਬਦ। ਤੇ ਕਹਿੰਦਾ ਅਸੀਂ ਵੀ ਤਾਂ ਸ਼ਬਦ ਹੀ ਪੜ੍ਹਾਉਣੇ। ਕਹਿੰਦਾ ਫਿਰ ਠੀਕ ਹੈ, ਬਸ ਫਿਰ ਮੰਨ ਜਾਂਦੇ। ਕਈਆਂ ਨੂੰ ਭੂਤ ਸਵਾਰ ਹੋ ਜਾਂਦਾ ਗਲਤ ਕੰਮ ਕਰਨ ਵੀ, ਐ ਨਾ ਕਰੋ ਆਉ ਨਾ ਕਰੋ। ਸਾਰੀ ਸੰਗਤ ਪਿਆਰ ਨਾਲ, ਜੇ 5 ਆਨੰਦ ਸਾਹਿਬ ਵੈਸੇ ਰੋਜ਼ ਕਰੀ ਜਾਓ, ਅਖਬਾਰ ਨਾ ਪੜੋ, ਟੀਵੀ ਨਾ ਦੇਖੋ, ਤੇ ਹੋਰ ਗੱਲਾਂ ਬਾਤਾਂ ਨਾ ਕਰੋ। ਟਾਈਮ ਤੁਹਾਡੇ ਕੋਲ ਬਹੁਤ ਹੁੰਦਾ, ਪਰ ਤੁਸੀਂ ਜਾਣ ਕੇ ਮੇਰੇ ਕੋਲ ਟਾਈਮ ਨਹੀਂ ਗਾ ਜੀ। ਜੇ ਤੇਰੇ ਕੋਲ ਟਾਈਮ ਨਹੀਂ ਗਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਟਾਈਮ ਨਹੀਂ ਹੈਗਾ ਤੇਰੇ ਵਾਸਤੇ। ਔਰ ਰਹੀ ਗੱਲ ਜੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਆਪਾਂ ਮੰਨਣਾ ਜ਼ਰੂਰ। ਭਾਈ ਦਿਆਲ ਦਾਸ ਜੀ ਹੋਏ ਨੇ ਇੱਧਰ ਬਠਿੰਡੇ ਦੇ ਇਲਾਕੇ ਵੱਲ, ਉਸ ਇਲਾਕੇ 'ਚ ਮਾਲ ਵਿੱਚ, ਜਦੋਂ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਸਾਡੇ ਘਰ ਪ੍ਰਸ਼ਾਦਾ ਛਕੋ, ਮਹਾਰਾਜ ਜੀ ਕਹਿੰਦੇ ਪਹਿਲਾਂ ਅੰਮ੍ਰਿਤ ਛਕੋ। ਕਹਿੰਦਾ ਮਹਾਰਾਜ ਸਾਨੂੰ ਵੀ ਲੋੜ ਹੈ। ਸਾਡੇ ਵੱਡੇ ਵਡੇਰੇ ਚੌਥੇ ਪਾਤਸ਼ਾਹ ਵੇਲੇ ਭਾਈ ਆਦਮ ਜੀ ਹੋਏ ਨੇ, ਫਿਰ ਭਾਈ ਭਗਤੂ ਹੋਏ ਨੇ, ਫਿਰ ਭਾਈ ਜੀਵਨ ਜੀ ਹੋਏ ਨੇ, ਭਾਈ ਗੌਰਾ ਜੀ ਹੋਏ ਨੇ, ਸਾਨੂੰ ਵੀ ਲੋੜ ਅੰਮ੍ਰਿਤ ਛਕਣ ਦੀ। ਸਤਿਗੁਰੂ ਕਹਿੰਦੇ ਦੇਖੋ ਪ੍ਰਸ਼ਾਦਾ ਛਕ ਲਾਂਗੇ ਜੇ ਤੁਸੀਂ ਅੰਮ੍ਰਿਤ ਛਕ ਲਓਗੇ। ਉਹਨਾਂ ਨੇ ਮਹਾਰਾਜ ਦਾ ਬਚਨ ਨਹੀਂ ਮੰਨਿਆ, ਕਿਉਂਕਿ ਇਹ ਮਨੁੱਖੀ ਸੁਭਾਅ, ਜਿੱਦ ਬੜੀ, ਆਪਣੇ 'ਚ ਜਿੱਦ ਬੜੀ ਆ। ਸੁਭਾਅ ਪੱਥਰ ਵਰਗਾ ਕਠੋਰ ਬਹੁਤ ਹੈ, ਐ ਸਿੱਖੀ ਪਾਲੀ ਨਹੀਂ ਜਾਂਦੀ। ਆਪ ਗਵਾਈ ਆ ਤਾਂ ਸਭ ਪਾਈ ਆ, ਆਪਣਾ ਆਪ ਖਤਮ ਕਰਨਾ ਪੈਂਦਾ, ਗੁਰਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ। ਗੱਡੇ ਤੇ ਲੱਦ ਲਿਆ ਲੰਗਰ,
ਪਿੱਛੇ ਪਿੱਛੇ ਫਿਰੀ ਗਿਆ ਹਫ਼ਤਾ ਭਰ। ਫਿਰ ਇੱਕ ਸਿੰਘ ਮਿਲਿਆ, ਸ਼ਹੀਦ ਸਿੰਘ ਸੀ ਉਹ, ਭਾਈ ਧਰਮ ਸਿੰਘ। ਉਹਨੇ ਇੱਕੋ ਗੱਲ ਕਹੀ ਭਾਈ ਦਿਆਲ ਦਾਸ ਨੂੰ, ਕਹਿੰਦੇ ਤੂੰ ਗੁਰੂ ਐ ਕਿ ਉਹ ਗੁਰੂ ਨੇ? ਕਹਿੰਦਾ ਜੀ ਗੁਰੂ ਤਾਂ ਉਹੀ ਨੇ। ਫਿਰ ਤੂੰ ਗੁਰੂ ਕਿਉਂ ਬਣਨਾ? ਤੂੰ ਗੁਰੂ ਨੂੰ ਸਿੱਖਿਆ ਦੇਣ ਲੱਗਿਆ। ਗੁਰੂ ਦੀ ਗੱਲ ਸਿੱਖ ਨੇ ਮੰਨਣੀ ਹੈ, ਤੂੰ ਸਿੱਖ ਹੈ ਤਾਂ ਗੁਰੂ ਦੀ ਗੱਲ ਮੰਨ। 7 ਵਚਨ ਕਹਿ ਕੇ ਅੰਮ੍ਰਿਤ ਛਕ ਲਿਆ। ਸਤਿਗੁਰੂ ਜੀ ਕਹਿੰਦੇ ਦਿਆਲ ਸਿੰਘ ਹੁਣ ਲਿਆ ਪ੍ਰਸ਼ਾਦਾ ਛਕੀਏ। ਕਹਿੰਦਾ ਮਹਾਰਾਜ ਉਹ ਤਾਂ 7 ਦਿਨ ਹੋ ਗਏ ਗੱਡੇ ਤੇ ਲੱਦਿਆ, ਖਰਾਬ ਹੋ ਗਿਆ ਸਾਰਾ, ਹੋਰ ਬਣਾ ਕੇ ਲਿਆਉਣੇ ਆ। ਉਸ ਵਕਤ ਮਹਾਰਾਜ ਜੀ ਕਹਿਣ ਲੱਗੇ ਨਹੀਂ, ਕੋਲ ਖੜ ਕੇ ਅਰਦਾਸ ਕਰੋ, ਕਿਰਪਾਨ ਛੋਟੀ ਮਾਂਜ ਕੇ ਕਿਰਪਾਨ ਭੇਟਾ ਕਰਦੇ ਸਾਰਿਆਂ ਦੇਗਿਆਂ ਵਿੱਚ ਵੀ ਪ੍ਰਸ਼ਾਦਿਆਂ ਵਿੱਚ ਵੀ। ਜਦੋਂ ਹੀ ਕਿਰਪਾਨ ਭੇਟਾ ਕੀਤੀ ਸਾਧ ਸੰਗਤ ਲੰਗਰ ਐ ਹੋ ਗਿਆ ਜਿਵੇਂ ਹੁਣੇ ਬਣਾ ਕੇ ਲਿਆਂਦਾ, ਭਾਫਾ ਛੱਡਣ ਲੱਗ ਪਿਆ। ਆਖੋ ਸਤਨਾਮ ਸ੍ਰੀ। ਬਾਜਾਂ ਵਾਲੇ ਸਰਬ ਕਲਾ ਸਮਰੱਥ, ਦਸੇ ਗੁਰੂ ਸਰਬ ਕਲਾ ਸਮਰੱਥ। ਆਪਾਂ ਕਹਿੰਦੇ ਅੱਜ ਦੇ ਯੁੱਗ 'ਚ ਹੋ ਨਹੀਂ ਸਕਦੇ। ਤੇ ਆ ਮਨੀਕਰਨ ਸਾਹਿਬ ਪਾਣੀ ਇੰਨਾ ਗਰਮ ਕਿਵੇਂ ਨਿਕਲ ਜਾਂਦਾ? ਚਲੋ ਇੱਕ ਰਾਜਗੀਰ ਪੈਂਦਾ ਬਿਹਾਰ 'ਚ, ਪਟਨਾ ਸਾਹਿਬ ਤੋਂ 70 ਕਿਲੋਮੀਟਰ ਜਾ ਕੇ, ਉੱਥੇ ਗਰਮ ਪਾਣੀ ਤੇ ਕਿਵੇਂ ਨਿਕਲੀ ਜਾਂਦਾ ਹੁਣ ਤੱਕ, ਚਸ਼ਮਾ ਨਿਕਲਦਾ। ਸਤਿਗੁਰੂ ਚਾਹੁਣ ਤਾਂ ਇੱਥੇ ਗਰਮ ਪਾਣੀ ਹੁਣੇ ਕੱਢ ਦੇਣ, ਫਿਰ ਆਪਾਂ ਦੇਖਾਂਗੇ, ਫਿਰ ਅਖਬਾਰਾਂ ਵਾਲੇ ਆਉਣਗੇ, ਫਿਰ ਦੁਨੀਆ 'ਚ ਮਸ਼ਹੂਰ ਹੋ ਜਾਾਂਗੇ। ਕਿਉਂਕਿ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਜੋ ਮਰਜ਼ੀ ਕਰ ਸਕਦੇ ਨੇ। ਇਸ ਕਰਕੇ ਬੜਿਆਂ ਨੇ ਕੋਸ਼ਿਸ਼ ਕੀਤੀ। ਸਤਿਗੁਰੂ ਅਬਲੂਵਾਲ ਪਿੰਡ ਤੋਂ ਲੰਘ ਰਹੇ ਸੀ ਬਠਿੰਡੇ। ਜਦੋਂ ਆਪਾਂ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡੇ ਨੂੰ ਜਾਂਦੇ ਆ ਨਾ, ਰਸਤੇ 'ਚ ਇੱਕ ਅਬਲੂਵਾਲ ਪਿੰਡ ਪੈਂਦਾ ਜਿੱਥੋਂ ਦਾ ਭਾਈ ਦਾਨ ਸਿੰਘ ਹੋਇਆ। ਸਤਿਗੁਰੂ ਕਹਿੰਦੇ ਭਾਈ ਦਾਨ ਸਿੰਘ ਕੇਸ ਰੱਖ ਲਾ। ਕਹਿੰਦੇ ਮਹਾਰਾਜ ਕੇਸਾਂ ਦਾ ਕੀ ਫਾਇਦਾ? ਕਹਿੰਦੇ ਜਦੋਂ ਕੋਈ ਸਿੱਖ ਕਿਸੇ ਆਪਣੀ ਕੁਰੈਤ ਕਰਕੇ ਗਲਤੀ ਕਰਕੇ ਨਰਕਾਂ 'ਚ ਪੈ ਜਾਂਦਾ, ਕਾਢੀ ਨਰਕ ਤੇ ਧੂ ਅਸੀਂ ਕੇਸਾਂ ਤੋਂ ਪਛਾਣ ਕੇ ਕੱਢ ਲੈਨੇ, ਇਹ ਸਾਡਾ ਨਰਕਾਂ 'ਚ ਕਿੱਥੇ ਫਿਰਦਾ, ਕੱਢੋ। ਮਖੌਲੀ ਜੈਸੀ ਕਹਿੰਦਾ ਮਹਾਰਾਜ ਆ ਦਾੜੀ ਏਡੀ, ਦਾੜੀ ਤੋਂ ਫੜ ਕੇ ਕੱਢ ਲਿਓ। ਸਤਿਗੁਰੂ ਕਹਿੰਦੇ ਤੇਰਾ ਦਿਮਾਗ ਐ ਠੀਕ ਨਹੀਂ ਆਉਣਾ। ਫੜ ਕੇ ਸਤਿਗੁਰਾਂ ਨੇ ਤੀਰ ਸਿਰ ਤੇ ਰੱਖਤਾ, ਉੱਪਰ ਦਾ ਨਜ਼ਾਰਾ ਦਿਖਾਇਆ। ਜਦ ਭਾਈ ਮਨੀ ਸਿੰਘ ਲਿਖਦੇ ਨੇ ਬਿਨ ਕੇਸਾਂ ਸਿਰ ਕੁੱਟੀਆਂ ਝੰਗਾੜੇ ਕੌਣ ਛਡਾਏ। ਜਿਨ੍ਹਾਂ ਦੇ ਕੇਸ ਕੱਟੇ ਹੁੰਦੇ ਨੇ, ਆ ਸਰਕਾਰ ਦੀ ਇੱਥੇ ਆ ਸੜਕ ਦੇ ਉੱਤੇ ਦਰਖਤ ਖੜੇ ਨੇ, ਦਰਖਤ ਜਿੰਨੇ ਬ੍ਰਿਕਸ਼ ਪੌਦੇ ਖੜੇ ਨੇ, ਤੁਸੀਂ ਇੱਕ ਕੱਟ ਕੇ ਦਿਖਾ ਦਿਓ ਮੈਨੂੰ, ਨਾਲ ਦੀ ਨਾਲ ਹੀ ਜੇਲ੍ਹ 'ਚ ਦੇ ਦੇਣਗੇ ਤੁਹਾਨੂੰ। ਕੋਈ ਦਰਖਤ ਆਪਾਂ ਕੱਟ ਨਹੀਂ ਸਕਦੇ, ਇਹ ਸਰਕਾਰੀ ਪ੍ਰਾਪਰਟੀ ਹੈ। ਇਹ ਕੇਸ, ਇਹ ਦਾੜੀ ਵੀ ਸਰਕਾਰ ਦੀ ਪ੍ਰਾਪਰਟੀ, ਨਿਰੰਕਾਰ ਜੀ ਦੀ ਪ੍ਰਾਪਰਟੀ ਹੈ, ਇਹਨੂੰ ਕੱਟ ਨਹੀਂ ਸਕਦੇ। ਜਿਹਨੇ ਕੇਸ ਕੱਟਤੇ ਉਹ ਨਿਰੰਕਾਰ ਜੀ ਦਾ ਦੋਸ਼ੀ ਬਣ ਜਾਂਦਾ। ਤੇ ਇਸ ਕਰਕੇ ਜਦ ਮਹਾਰਾਜ ਨੇ ਉੱਪਰਲਾ ਨਜ਼ਾਰਾ ਦਿਖਾਇਆ, ਡਰ ਗਿਆ, ਫਿਰ ਕੰਬ ਗਿਆ। ਕਹਿੰਦਾ ਮਹਾਰਾਜ ਮੈਂ ਅੰਮ੍ਰਿਤਾਂ ਛਕ ਲਵਾਂ, ਪਰ ਤੰਬਾਕੂ ਪੀਣ ਦੀ ਆਦਤ ਹੈ ਮੈਨੂੰ। ਮਹਾਰਾਜ ਕਹਿੰਦੇ ਤੰਬਾਕੂ ਕਿਉਂ ਪੀਣਾ? ਕਹਿੰਦੇ ਜੇ ਛੱਡਦਾ ਪੇਟ ਫੁੱਲ ਜਾਂਦਾ ਮੇਰਾ। ਸਤਿਗੁਰੂ ਕਹਿੰਦੇ ਜਾ ਇਹ ਵਾਅਦਾ ਰਿਹਾ, ਤੂੰ ਅੰਮ੍ਰਿਤ ਛਕ ਲਾ, ਤੇਰਾ ਕਦੇ ਪੇਟ ਨਹੀਂ ਫੁੱਲੇਗਾ, ਤੰਬਾਕੂ ਛੱਡ ਦੇ। ਉਸ ਵਕਤ ਉਹ ਭਾਈ ਦਾਨ ਸਿੰਘ ਜੀ ਨੇ ਮਾਲਵੇ ਦੀ ਰੱਖੀ। ਫਿਰ ਸਤਿਗੁਰੂ ਉਸੇ ਪਿੰਡ 'ਚ ਤੁਰੇ ਤੁਰੇ ਜਾਂਦੇ, ਅੱਗੇ ਦੇਖਿਆ ਪੱਕੀ ਕਬਰ ਬਣਾ ਕੇ ਬੰਦਾ ਵਿੱਚ ਇੱਕ ਲੰਮਾ ਪਿਆ। ਮਹਾਰਾਜ ਨੇ ਘੋੜਾ ਰੋਕ ਲਿਆ। ਕਹਿੰਦੇ ਉਹ ਲੋਕ ਮਰ ਕੇ ਕਬਰ 'ਚ ਪੈਂਦੇ, ਤੂੰ ਜਿਉਂਦਾ ਹੀ ਪਿਆ। ਬਾਹਰ ਆ ਗਿਆ। ਕੀ ਨਾਮ ਹੈ? ਕਹਿੰਦਾ ਅਜਮੇਰ ਸ਼ਾਹ। ਇੱਥੇ ਕਬਰ 'ਚ ਪਿਆ। ਕਹਿੰਦਾ ਮਹਾਰਾਜ ਜੀ ਮੌਤ ਤੋਂ ਬਹੁਤ ਡਰ ਲੱਗਦਾ, ਮਰ ਕੇ ਫੇਰ ਵੀ ਤਾਂ ਕਬਰ 'ਚ ਹੀ ਆਉਣਾ। ਮੈਂ ਕਿਹਾ ਪਹਿਲਾਂ ਹੀ ਪੈ ਜਾਂਦੇ ਆ। ਕਹਿੰਦੇ ਚੱਲ ਨਾਲ ਚੱਲ ਸਾਡੇ। ਸ੍ਰੀ ਦਮਦਮਾ ਸਾਹਿਬ ਜਦੋਂ ਪਹੁੰਚੇ, ਅੰਮ੍ਰਿਤ ਤਿਆਰ ਕੀਤਾ, ਜਦ ਛਕਾਇਆ ਉਹਨੂੰ ਅੰਮ੍ਰਿਤ। ਸਤਿਗੁਰੂ ਕਹਿੰਦੇ ਅਜਮੇਰ ਸਿੰਘ ਤੇਰਾ ਨਾਮ ਰੱਖਦੇ ਆ ਅੱਜ ਤੋਂ। ਅਜਮੇਰ ਸਿਆ ਮੌਤ ਤੋਂ ਡਰ ਲੱਗਦਾ ਹੁਣ? ਕਹਿੰਦੇ ਮਹਾਰਾਜ ਹੁਣ ਤਾਂ ਮੌਤ ਮੈਥੋਂ ਡਰਦੀ ਹੈ, ਹੁਣ ਮੌਤ ਤੋਂ ਕਾਹਦਾ ਡਰ ਲੱਗਣਾ? ਹੁਣ ਤਾਂ ਮੈਂ ਖਾਲਸਾ ਕਕਾਰੀ ਸਿੱਖ ਹੋ ਗਿਆ, ਨਿਤਨੇਮੀ ਹੋ ਗਿਆ। ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਭਾਈ ਡੱਲੇ ਨੂੰ ਵੀ ਕਿਹਾ ਸੀ ਅੰਮ੍ਰਿਤ ਛਕ ਲੈ। ਭਾਈ ਡੱਲਾ ਕਹਿੰਦਾ ਮਹਾਰਾਜ ਅੰਮ੍ਰਿਤ ਦਾ ਕੀ ਫਾਇਦਾ? ਕਹਿੰਦੇ ਤੈਨੂੰ ਫਿਰ ਸੱਚਖੰਡ 'ਚ ਥਾਂ ਨਹੀਂ ਦੇਣੀ ਡੱਲਿਆ ਸੀ। ਕਹਿੰਦੇ ਮਹਾਰਾਜ ਮੈਨੂੰ ਫਿਰ ਪੀੜੀ ਜਿੰਨੀ ਥਾਂ ਮਿਲ ਜੂ। ਕਹਿੰਦੇ ਪਲੰਗ ਜਿੰਨੀ ਥਾਂ ਦੇਵਾਂਗੇ, ਇੱਕ ਵਾਰ ਅੰਮ੍ਰਿਤ ਛਕ ਲੈ। ਫਿਰ ਭਾਈ ਡੱਲੇ ਨੇ ਵੀ ਅੰਮ੍ਰਿਤ ਛਕਿਆ ਸੀ। ਸੋ ਇਸ ਕਰਕੇ ਜਦ ਬਾਬਾ ਬੇਦੀ ਜੀ ਕਲਾਧਾਰੀ ਜੀ ਹੋਏ, ਗੁਰੂ ਨਾਨਕ ਦੇਵ ਦੀ ਕੋਲ ਚੋਂ ਜਦ 10ਵੇਂ ਪਾਤਸ਼ਾਹ ਕੋਲ ਸ੍ਰੀ ਅਨੰਦਪੁਰ ਸਾਹਿਬ ਆਏ ਨਾ ਮੱਥਾ ਟੇਕਣ, ਉਹ ਆ ਕੇ ਕਹਿਣ ਲੱਗੇ ਮੱਥਾ ਟੇਕ ਕੇ, ਮਹਾਰਾਜ ਬੇਦੀਆਂ ਦੀ ਕੁਲ ਬੰਦ ਹੋ ਗਈ, ਹੁਣ ਔਲਾਦ ਨਹੀਂ ਹੋਈ, ਬੜੇ ਸਾਲ ਹੋ ਗਏ, ਅੱਗੇ
कोई बच्चा नहीं होया बेदियां दी कोल तां बंद हो जूगी। महाराज कहन लगे बेदी कलाधारी अमृत छको अमृत। हस पे बड़ा बड़ा हस के कहते ला सानू भी लोड़ है, बेदियां नूं भी अमृत की लोड़ है। ये लोगों को बड़ा भुलेखा भी असी बेदी हाँ, असी सोढ़ी हाँ, असी फलाने हाँ, असी ढिमके हैं। महाराज सच्चे पातशाह ने बहुत सोहना बचन कहा, क्योंकि गुरां दा बचन बड़ा कमाल दा हुंदा। कहंदे बेदी जी ये गद्दी किहदी जी ते मैं बैठा। कहंदे बेदी महाराज ये गद्दी गुरु नानक दी है। कहंदे 10वें जामे च गुरु नानक कह रहा अमृत छक ला। चुप करके मत्था टेक के बाबा बेदी जी ने अमृत छक लिया ते फिर उन्होंने बेटा होया। इस करके साध संगत बड़ियां चीज़ां मैं साखियां तां सुना रहा कि साडे उत्ते कोई असर होवे, कोई अमल करिए। 1975-76 की गल है। हजूर साहब एक निर्मले महापुरख बड़ी सेवा करया करदे जद तखत साहब ते उन्होंने खड़ना इस तरह फौड़ियां च लैके खड़दे हुंदे सी। उत्थे कोई जिमींदार गया पंजाब तो अपनी पत्नी समेत जाके वो तखत साहब ते रोई जावे, अरदास करी जावे। जदों ऐ मोड़ मुड़ के ऐ मुड़िया तो वो बाबा जी उत्थे खड़े सी। कहंदे बेटा नहीं ना है तां रोना तू। एकदम जिवें करंट बजदा भी मेरे दिल की गल किवें फड़ ली। कहंदे 5 बाणियां पढ़दा रोज। कहंदे ना बाबा जी 5 बाणियां नहीं पढ़दा। कहंदे जा साडा बचन रहा 5 बाणियां रोज पढ़िया कर, आउंदे साल नूं पुत्र समेत आएगा इत्थे। आखो सतनाम श्री वाहिगुरू। सो साध संगत तुसीं इत्थे तां बड़ी मौज करदे, तुहाडीआं जमीनां जायदादां ट्रैक्टर बड़ी खुश, तुसीं खुश हो सारे। आ एक बार किसी महात्मा नूं कहा, मैं कहा 10वें पातशाह जी नूं बेनती करो भी आ पंथ दी कोई सार लो माड़ी मोटी, काम खराब हो रहा बहुत। महाराज सच्चे पातशाह ने की जवाब दिता। कहते तुसीं 5-7 जाने पंथ की अरदास करदे हो, पंथ ने तो कदे अरदास नहीं की। ये तो कहते असीं खुश हाँ, साडे कोल जमीन है, ट्रैक्टर है, घर घाट है, नौकरी है, बच्चे है, एक काका अमरीका, एक कनेडा। ये तो खुश ने, ये तो सानू कहिंदे नहीं आके पंथ की चढ़दी कला वास्ते। तो इस करके आपां इन्हां गल्लां च बड़े खुश हाँ। साध संगत शरीर भी छड्डना, ये शरीर का संस्कार भी होना, जाना भी उत्थे, हिसाब भी देना है। उत्थे खड़ना औखा हो जाना, मुड़ के पैरों थले अग बलनी है, फिर झाकोंगे आला दाला। लोगों ने एक नवी चीज़ कढ़ ली हुण। जे असीं कहने भी उत्ते जाके हिसाब होना धर्मराज, वो कहने हुंदा ही नहीं, धर्मराज नहीं हैगा, यमदूत नहीं हैगे, दिखाओ कित्थे। एक बंदा मैनूं पटियाले कहंदा तुसीं कथा च कहने धर्मराज आ यमदूत आ, दिखाओ। जानदा ही सी मैनूं, रोज़ कथा ही सुणदा सी। मैं कहा भाखड़ा नहर है ना, ये छाल मार जाके, जब तू शरीर छड्डेगा आपे लैण आ जाणगे तैनूं। हुण शरीर छड्डण तो पहलां किदां दिखा दें तैनूं? ओह जिहड़ी चीज़ शरीर छड्डण तो बाद दिखनी है वो जिउंदे जी नहीं दिखदी हुंदी। तो इस करके जदों साडा हिसाब किताब होना ना जाके उत्थे, ਉਹ ਗੁਰਮੁਖੋ फिर तुसीं ये गल्लां याद करोगे, फिर रोओगे, फिर उत्थे तुसीं ये भी नहीं कह सकते किसी ने सानूं दस्सिया ही नहीं सी। अज तुहानूं दसता ना, थोड़ी नाल नाल नोट भी हो रहा भी इन्हें सुनिया अज, पर इन्हें मन्निया नहीं। तुसीं सुन लैंदे हो पर गल मनदे नहीं, नाल नहीं चलदे, रहत विच नहीं चलदे, मर्यादा नहीं कमाउंदे। ਉਹ मैं ये गल इत्थों शुरू की सी कि बाबा गुलाब सिंह जी कह के भी असी सेवा करनी आ, वो भुल गए घर जाके। देख लो फिर वो गलती का खमियाजा आपां नूं अज तक भुगतना पै रहा। महाराज सच्चे पातशाह कहंदे मंडोखरा फिर बाहरों भरिया ते अंदरों खोखरा, हुण तक उवें जाए। ये तो फिर महाराज दे वचनां नाल गुरु का लाडला कोई सिख आया तो उन्हें जाके सांभ लिया काम अपना, ये गुरां ने प्यारिਆਂ ने सांभ लिया। नहीं तो आपां उदों गलती करके अज तक नहीं बख्शी गई, इन्नियां 17-18 पीढ़ियां तक। तो अज दियां गलतियां तुसीं फिर कित्थे बख्शाउणियां? जाके गुरु दे लड़ लगो, अमृत छको, नितनेमी बनो, करैतां तो बचो। बाकी गुरु ग्रंथ साहिब की कथा आपां सारी रिकॉर्ड गुरां ने करवाई दास तो।